Good afternoon, students. I am Manish Bansal. I am your business study lecturer. तो स्टूडेंट्स कैसे हैं आप सब? आई होप सब बढ़िया होंगे। तो स्टूडेंट्स लास्ट क्लास ਦੇ ਵਿੱਚ ਆਪਾਂ ਨੇ ਦੇਖੋ ਲੈਵਲਸ ਵੀ ਪੜ੍ਹ ਲਏ ਸੀਗੇ, ਠੀਕ ਹੈ, ਨੇਚਰ ਵੀ ਪੜ੍ਹਿਆ ਸੀਗਾ, ਪਰ ਹੁਣ ਆਪਾਂ ਇਹ ਚੈਪਟਰ ਅੱਜ ਆਪਣਾ ਪੂਰੀ ਚੰਗੀ ਤਰ੍ਹਾਂ ਕੰਪਲੀਟ ਹੋ ਜਾਏਗਾ, ਠੀਕ ਹੈ। ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਇਸ ਹਰ ਟੌਪਿਕ ਬਾਅਦ ਕੇਸ ਸਟੱਡੀ ਕਰਵਾ ਰਿਹਾ, ਠੀਕ ਹੈ, ਤਾਂ ਜੋ ਤੁਹਾਨੂੰ ਹਰ ਟੌਪਿਕ ਵਾਈਜ਼ ਤੁਹਾਨੂੰ ਕੀ ਹੋ ਜਾਏ, ਕੇਸ ਸਟੱਡੀ ਵੀ ਪਤਾ ਲੱਗਦੀ ਰਹੇ ਕਿਸ ਤਰੀਕੇ ਨਾਲ ਪੇਪਰ ਦੇ ਵਿੱਚ ਕੁਐਸਚਨਸ ਆਉਂਦੇ ਨੇ। ਤਾਂ ਹੁਣ ਇਹ ਚੈਪਟਰ ਅੱਜ ਕੰਪਲੀਟ ਹੋ ਜਾਏਗਾ, ਠੀਕ ਹੈ। ਆਪਣੇ ਕੋਲ ਦੋ ਹੀ ਟੌਪਿਕ ਨੇ, ਇੱਕ ਤਾਂ ਫੰਕਸ਼ਨ ਆਫ ਮੈਨੇਜਮੈਂਟ, ਇੱਕ ਕੋਆਰਡੀਨੇਸ਼ਨ, ਠੀਕ ਹੈ। ਅਤੇ ਆਪਾਂ ਸਟਾਰਟ ਕਰਦੇ ਹਾਂ। ਲੈਟ ਸਟਾਰਟ ਫੰਕਸ਼ਨ ਆਫ ਮੈਨੇਜਮੈਂਟ। ਹੁਣ ਫੰਕਸ਼ਨ ਕੀ ਹੈ ਮੈਨੇਜਮੈਂਟ, ਇਹਨਾਂ ਦਾ ਖੁਦ ਦੇ ਹੀ ਚੈਪਟਰ ਬਣੇ ਹੋਏ ਨੇ ਡਿਟੇਲ ਦੇ ਵਿੱਚ, ਚੌਥਾ ਚੈਪਟਰ, ਪੰਜਵਾਂ ਚੈਪਟਰ, ਛੇਵਾਂ, ਸੱਤਵਾਂ, ਅੱਠਵਾਂ, ਉਹਦੇ ਵਿੱਚ ਪੂਰੀ ਡਿਟੇਲ 'ਚ ਕਰਾਂਗੇ। ਬਸ ਇੱਥੇ ਆਪਾਂ ਨੇ ਕੀ ਹੈ, ਇੱਕ ਮੋਟਾ ਸਮਝਣਾ ਕਿ ਜਿਹੜਾ ਪਲੈਨਿੰਗ ਆ, ਪਲੈਨਿੰਗ ਕੀ ਹੁੰਦਾ, ਕਹਿੰਦੇ ਵਟ ਟੂ ਡੂ, ਹਾਊ ਟੂ ਡੂ, ਵੈਨ ਟੂ ਡੂ, ਐਂਡ ਕਹਿੰਦੇ ਇਹ ਕੋਈ ਵੀ ਪਲੈਨਿੰਗ ਆ, ਆਪਾਂ ਕਿਸੇ ਕੰਮ ਨੂੰ ਕਰਨ ਲਈ, ਕਿਸੇ ਆਬਜੈਕਟਿਵ ਨੂੰ ਅਚੀਵ ਕਰਨ ਲਈ ਆਪਾਂ ਕੀ ਕਰਦੇ ਹਾਂ, ਪਲਾਨ ਕਰਦੇ ਹਾਂ। ਕੋਈ ਆਪਣਾ ਆਪਾਂ ਔਰਗਨਾਈਜੇਸ਼ਨ ਦੇ ਵਿੱਚ ਆਪਣੇ ਕੋਈ ਗੋਲਸ ਹੁੰਦੇ ਨੇ, ਆਬਜੈਕਟਿਵ ਹੁੰਦੇ ਨੇ, ਉਹਨੂੰ ਅਚੀਵ ਕਰਨ ਲਈ ਆਪਾਂ ਪਲਾਨ ਕਰਦੇ ਹਾਂ ਕਿ ਉਹ ਆਬਜੈਕਟਿਵ ਨੂੰ ਕਿਸ ਤਰੀਕੇ ਨਾਲ ਅਚੀਵ ਕੀਤਾ ਜਾਵੇ। ਤਾਂ ਇਹਦੇ ਵਿੱਚ ਆਪਾਂ ਪੂਰੀ ਇਹ ਬਣਾਉਂਦੇ ਹਾਂ ਕਿ ਹਾਂ ਬਈ ਇਹ ਕੰਮ ਕੌਣ ਕਰੂਗਾ, ਕਿਵੇਂ ਹੋਊਗਾ, ਕਿੱਥੇ ਹੋਊਗਾ, ਕਿਸ ਤਰੀਕੇ ਨਾਲ ਹੋਊਗਾ, ਕਿਵੇਂ ਕੰਪਲੀਟ, ਇਹ ਸਾਰੀ ਚੀਜ਼ਾਂ ਆਪਾਂ ਪਲੈਨਿੰਗ 'ਚ ਦੇਖਦੇ ਹਾਂ। ਤਾਂ ਤੁਹਾਨੂੰ ਪਲੈਨਿੰਗ ਕਲੀਅਰ ਹੋ ਗਿਆ ਹੋਣਾ। ਹੁਣ ਆਪਾਂ ਕਰਾਂਗੇ ਔਰਗਨਾਈਜ਼ਿੰਗ ਕੀ ਹੁੰਦਾ। ਔਰਗਨਾਈਜ਼ ਦੇਖੋ, ਆਫਟਰ ਸੈਟਿੰਗ ਅਪ ਆਫ ਪਲਾਨ, ਨੈਕਸਟ ਫੰਕਸ਼ਨ, ਕਹਿੰਦੇ ਔਰਗਨਾਈਜ਼ ਦਾ ਮਤਲਬ ਹੁੰਦਾ ਔਰਗਨਾਈਜ਼ਿੰਗ ਦਾ ਮਤਲਬ ਹੁੰਦਾ ਕਿ ਉਹ ਸਟਰਕਚਰ ਤਿਆਰ ਕਰਨਾ, ਕੋਈ ਕਿਸ ਤਰੀਕੇ ਦਾ ਸਟਰਕਚਰ ਆਪਾਂ ਤਿਆਰ ਕਰ ਰਹੇ ਹਾਂ ਕਿ ਮਤਲਬ ਕੰਮ ਤਾਂ ਆਪਾਂ ਕਰਨਾ, ਕੰਮ ਨੂੰ ਆਪਾਂ ਸਟਰਕਚਰ ਤਿਆਰ ਕਰ ਲੈਂਦੇ ਹਾਂ ਕਿ ਹਾਂ ਵੀ ਢਾਂਚਾ ਤਿਆਰ ਕਰ ਲੈਂਦੇ ਹਾਂ ਕਿ ਕੰਮ ਕਿਵੇਂ ਕਰਨਾ, ਕਿੱਥੇ ਕਿਹੜੀ ਜਗ੍ਹਾ 'ਤੇ ਕਿਹੜਾ ਕੰਮ ਹੋਊਗਾ, ਕਿਹੜੀ ਜਗ੍ਹਾ 'ਤੇ ਕਿਹੜਾ ਕੰਮ ਹੋਊਗਾ, ਇਹ ਸਾਰਾ ਔਰਗਨਾਈਜ਼ਿੰਗ ਕਰਦੇ ਹਾਂ ਆਪਾਂ। ਅੱਗੇ ਦੇਖੋ ਸਟੂਡੈਂਟਸ, ਹੁਣ ਤੁਹਾਨੂੰ ਇਹ ਦਾ ਖੁਦ ਦੇ ਚੈਪਟਰ ਬਣੇ ਨੇ, ਉੱਥੇ ਆਪਾਂ ਡਿਟੇਲ 'ਚ ਪੜ੍ਹਾਂਗੇ। ਆਪਾਂ ਇੱਕ ਫਰੇਮਵਰਕ ਤਿਆਰ ਕਰ ਲੈਣਾ, ਇੱਕ ਢਾਂਚਾ ਤਿਆਰ ਕਰ ਲੈਣਾ ਕਿ ਆਪਾਂ ਕਿਵੇਂ ਡਿਪਾਰਟਮੈਂਟ ਬਣਾਉਣ, ਕਿੰਨੇ ਡਿਪਾਰਟਮੈਂਟਾਂ ਦੀ ਨੀਡ ਹੈ, ਕਿਵੇਂ ਡੈਜ਼ੀਗਨੇਸ਼ਨ ਦੀ ਨੀਡ ਹੈ, ਕਿਸ ਤਰੀਕੇ ਨਾਲ ਆਪਾਂ ਨੇ ਅਥੋਰਟੀ, ਰਿਸਪੋਂਸੀਬਿਲਿਟੀ ਪੀਪਲ ਦੇ ਨੇ, ਇੱਕ ਸਟਰਕਚਰ ਢਾਂਚਾ ਤਿਆਰ ਕਰ ਦਿੰਦੇ ਹਾਂ, ਠੀਕ ਹੈ। ਫਿਰ ਉਸ ਤੋਂ ਬਾਅਦ ਆਉਂਦਾ ਸਟਾਫਿੰਗ। ਉਹਦੇ ਵਿੱਚ ਆਪਾਂ ਦੇਖਣਾ ਹੁੰਦਾ ਕਿੰਨੇ ਆਪਾਂ ਨੇ ਆਪਣੇ ਸਟਾਫ ਰੱਖਣੇ ਨੇਗੇ, ਕਿਹਨੂੰ ਡਿਊਟੀ ਕਿਹੜੀ ਦੇਣੀ ਹੈ, ਕਿਹਨੂੰ ਕੌਣ ਮੇਨਟੇਨ ਕਰੇਗਾ, ਮਤਲਬ ਕੰਟਰੋਲ ਕੌਣ ਕਰੇਗਾ, ਕੋਆਰਡੀਨੇਟ ਕਿਵੇਂ ਹੋਊਗਾ, ਟ੍ਰੇਨਿੰਗ ਡਿਵੈਲਪਮੈਂਟ ਕਿਵੇਂ ਦੇਣੀ ਹੈ, ਠੀਕ ਹੈ, ਪ੍ਰਮੋਸ਼ਨ ਕਿਵੇਂ ਕਰਨੀ ਹੈ, ਰੈਮੂਨਰੇਸ਼ਨ ਕਿਵੇਂ ਕਰਨੀ ਹੈ, ਇੰਕਰੀਮੈਂਟ ਕਰਨਾ, ਸਟਾਫਿੰਗ ਦੇ ਵਿੱਚ ਪੜਾਂਗੇ। ਡਾਇਰੈਕਟਿੰਗ ਮਤਲਬ ਹੁੰਦਾ ਸੇਧ ਦੇਣਾ ਮਤਲਬ ਆਪਾਂ ਨੇ EMPLOYE ਨੂੰ ਇੰਸਟਰਕਸ਼ਨਸ ਦੇਣੀਆਂ ਨੇਗੀਆਂ, ਹਾਂ ਬਈ ਤੂੰ ਆਹ ਸੇਧ ਦੇ ਵਿੱਚ ਇਸ ਤਰੀਕੇ ਨਾਲ ਕੰਮ ਕਰਨਾ, ਆਹ ਸੇਧ 'ਚ ਤੂੰ ਕੰਮ ਕਰਨਾ, ਮਤਲਬ। ਅਤੇ ਉਹ ਜੇਕਰ ਕੋਈ ਕੰਮ ਤੋਂ ਭਟਕ ਜਾਏ ਤਾਂ ਉਹਨੂੰ ਸਹੀ ਰਸਤਾ ਦਿਖਾਉਣਾ, ਰਾਈਟ ਡਾਇਰੈਕਸ਼ਨ ਗਾਈਡ ਕਰਨਾ, ਠੀਕ ਹੈ। ਇੱਕ ਲੀਡਰ ਦੀ ਤਰ੍ਹਾਂ, ਸੁਪਰਵਾਈਜ਼ਰ ਦੀ ਤਰ੍ਹਾਂ ਕੰਮ ਕਰਦੇ ਨੇ। ਡਾਇਰੈਕਟਿੰਗ। ਕੰਟਰੋਲਿੰਗ ਮਤਲਬ ਕੀ ਹੁੰਦਾ, ਅਗਰ ਮੰਨ ਲਓ ਜਿੰਨਾ ਕੰਟਰੋਲ ਜ਼ਿਆਦਾ ਵਧੀਆ ਹੋਊਗਾ, ਉਨੇ ਔਰਗਨਾਈਜੇਸ਼ਨ ਦੇ ਗੋਲ ਜ਼ਿਆਦਾ ਅਚੀਵ ਹੋਣਗੇ। ਕੰਟਰੋਲਿੰਗ 'ਚ ਕੀ ਹੁੰਦਾ, ਜਿਹੜਾ ਆਪਾਂ ਪਲਾਨ ਕੀਤਾ ਸੀਗਾ ਅਤੇ ਐਕਚੁਅਲ ਦੇ ਵਿੱਚ ਕੀ ਪਰਫੋਰਮੈਂਸ ਉਹਦੀ ਨਿਕਲ ਕੇ ਆਈ, ਜੇਕਰ ਉਹ ਆਪਸ 'ਚ ਮੈਚ ਕਰਦੀ ਹੈ ਤਾਂ ਇਸਦਾ ਮਤਲਬ ਆਪਣਾ ਕੰਮ ਬਹੁਤ ਵਧੀਆ ਹੋਇਆ, ਤਰੀਕੇ ਨਾਲ ਹੋਇਆ। ਜੇਕਰ ਐਕਚੁਅਲ ਪਰਫੋਰਮੈਂਸ ਕੁਛ ਹੋਰ ਨਿਕਲਦੀ ਹੈ ਔਰ ਆਪਾਂ ਨੇ ਪਲਾਨ ਕੁਛ ਹੋਰ ਕੀਤਾ ਤਾਂ ਕਿਤੇ ਨਾ ਕਿਤੇ ਗੜਬੜ ਹੈ, ਤਾਂ ਇਹ ਕੰਟਰੋਲਿੰਗ 'ਚ ਪਤਾ ਲੱਗਦਾ। ਤਾਂ ਹੁਣ ਤੁਹਾਨੂੰ ਇਹ ਵਾਲੇ ਟੌਪਿਕ ਕਲੀਅਰ ਹੋ ਗਿਆ ਹੋਊਗਾ। ਅੱਗੇ ਦੇਖੀਏ ਆਪਾਂ, ਦੇਖੋ ਕੋਆਰਡੀਨੇਸ਼ਨ ਵਾਲਾ ਟੌਪਿਕ ਦੇਖੋ। Apart from these 5 functions, there are one more important function which every manager has to perform. This is called coordination. ਕਹਿੰਦੇ 5 ਫੰਕਸ਼ਨ ਤਾਂ ਹੈਗੇ, ਉਹ ਤਾਂ ਚਲੋ ਪਰਫੋਰਮ ਕਰਨੇ ਹੀ ਪੈਂਦੇ ਨੇ, ਪਰ ਜਿਹੜਾ ਕੋਆਰਡੀਨੇਸ਼ਨ ਹੈ ਉਹ ਹਰ ਡਿਪਾਰਟਮੈਂਟ, ਹਰ ਮੈਨੇਜਰ, ਹਰ ਲੈਵਲ ਦੇ ਵਿੱਚ ਸਾਰੇ ਬੰਦਿਆਂ ਨੂੰ ਕਰਦੇ ਨੇ, ਠੀਕ ਹੈ। ਕੋਆਰਡੀਨੇਸ਼ਨ the process by which manager synchronizes the activity of different departments is known as coordination, ਠੀਕ ਹੈ। ਤਾਂ ਇਹਦੇ ਵਿੱਚ ਕੀ ਹੈ, ਹੁਣ ਦਾ ਪ੍ਰੋਸੈਸ ਵਿੱਚ ਮੈਨੇਜਰ, ਹੁਣ ਇਹਦੇ ਵਿੱਚ ਜਿਹੜੇ ਮੈਨੇਜਰ ਹੁੰਦੇ ਨੇ, ਜਿੰਨੀ ਵੀ ਐਕਟੀਵਿਟੀ ਕਰਦੇ ਨੇ, ਉਹ ਕੀ ਹੈ, ਸਿਸਟਮੈਟਿਕ ਵੇ ਨਾਲ, ਮਤਲਬ ਤਾਲਮੇਲ ਬਣਾ ਕੇ ਕਰਦੇ ਨੇ, ਤਾਂ ਜੋ ਉਹਨਾਂ ਦਾ ਜਿਹੜਾ ਫੰਕਸ਼ਨ ਹੈ ਜਾਂ ਉਹਨਾਂ ਦਾ ਜਿਹੜਾ ਕੰਮ ਹੈ ਉਹ ਸਹੀ ਤਰੀਕੇ ਨਾਲ ਚੱਲਦਾ ਰਹੇ। ਕੋਆਰਡੀਨੇਸ਼ਨ ਇਜ਼ ਬੇਸ ਔਰ ਪ੍ਰਾਇਮਰੀ ਫੰਕਸ਼ਨ ਆਫ ਐਵਰੀ ਮੈਨੇਜਰ। ਇਹ ਪ੍ਰਾਇਮਰੀ ਫੰਕਸ਼ਨ ਹੁੰਦਾ, ਮਤਲਬ
प्राइमरी मतलब स्टार्टिंग का, एक तो होंगे सैकेंडरी, मतलब बिल्कुल स्टार्टिंग का फंक्शन होंगे कोऑर्डिनेशन। बिकॉज वेरियस डिपार्टमेंट ऑफ ऑर्गेनाइजेशन आर वर्किंग इंडिपेंडेंटली एंड देयर इज़ नीड टू रिलेट इंटीग्रेट देयर एक्टिविटी, इसलिए इन्हों कोऑर्डिनेशन वाला सिस्टम ये अंदर आ जाता। वर्किंग इंडिपेंडेंटली करते हैं काम, मतलब अपना डिफरेंट डिफरेंट करते हैं। अगे देखो स्टूडेंट्स, कोऑर्डिनेशन द एसेंस ऑफ मैनेजमेंट। द एसेंस ऑफ मैनेजमेंट की है कोऑर्डिनेशन वाला पॉइंट। देखो कोऑर्डिनेशन ब्रिंग, देखो कोऑर्डिनेशन की है, कोऑर्डिनेशन ब्रिंग यूनिटी ऑफ एक्शन एंड इंटीग्रेट डिफरेंट एक्टिविटी ऑफ ऑर्गेनाइजेशन। कोऑर्डिनेशन इज़ कंसिडर्ड एज एसेंस ऑफ मैनेजमेंट बिकॉज ऑफ फॉलोइंग रीजनस। कहते बहुत सारी डिफरेंट डिफरेंट एक्टिविटीज़ होंगे, बहुत सारे यूनिटी ऑफ एक्शनस होंगे ने, ये अपने कुछ रीजनस होंगे ने जिस कोऑर्डिनेशन कंसीडर होंगे। हम देखो कोऑर्डिनेशन इज़ नीडेड टू परफॉर्म ऑल द फंक्शन ऑफ मैनेजमेंट। कहते सारे फंक्शन ऑफ मैनेजमेंट कोऑर्डिनेशन की नीड होंगी है। द प्रोसैस ऑफ कोऑर्डिनेशन बिगन एट प्लानिंग स्टेज वैन टॉप मैनेजमेंट प्लान फॉर होल ऑर्गेनाइजेशन। ठीक है, बेस्ड ऑन प्लान दैन ऑर्गेनाइजेशन स्ट्रक्चर इज़ डेवलप्ड, स्टाफ इज़ रिक्रूटेड, सेलेक्टेड, ट्रेनिंग एज ऑर्गेनाइजेशन स्ट्रक्चर एंड प्लान टू इंश्योर राइट एग्जीक्यूटिव ऑफ प्लान डायरेक्शन आर गिवन। कंट्रोलिंग मतलब प्लानिंग करना, ऑर्गेनाइजिंग करना, स्टाफिंग करना, डायरेक्टिंग करना, कंट्रोलिंग करना, सारे मैं फंक्शन ऑफ मैनेजमेंट जो बिना कोऑर्डिनेशन तो काम नहीं हो सकता, इसलिए इन्होंने लोड होंगी है। कहते कोऑर्डिनेशन जी रिक्वायर्ड होंगी है सारे लैवलों पर भी होंगी है, चाहे वह टॉप लैवल का हो। टॉप लैवल अपने जोड़े काम नूं इंटीग्रेट करते हैं, मिडल लैवल वाले वो एक्टिविटी नूं डिफरेंट डिफरेंट डिपार्टमेंट दे विच बैलेंस करते हैं, लोअर लैवल वाले उन्होंने इंटीग्रेट एक्टिविटी वर्कर नूं करवाते हैं। तो सारी चीज़ां लैवलों पर भी यह की है अप्लाई होंगी है। अगे देखो इहदी जिहड़ी कोऑर्डिनेशन है, कोऑर्डिनेशन इज़ द मोस्ट important function of an organization। कहते any company which fails to coordinate its activity cannot survive and run successfully for the long period of time। कहते बिना कोऑर्डिनेशन तो कोई भी ऑर्गेनाइजेशन सक्सैसफुली वर्क कर ही नहीं सकती। तालमेल जब तक आपस में नहीं मिलेगा, आपस में जो नहीं आप मिल के काम करांगे तो आप कोई भी ऑर्गेनाइजेशन स्मूथली रन कर ही नहीं सकती। इट इज़ थ्रू the process of coordination that a manager ensure orderly arrange of individual and group effort in realization of common objective। coordination involve, ठीक है, सारी चीज़ें जिहड़ी भी है कोऑर्डिनेशन दियाँ फंक्शन जिहड़े हैगे नेगे यह की है उन्होंने कोऑर्डिनेशन की जरूरत होंगी है। जिहड़े भी ऑब्जैक्टिव होंगे ने ग्रुप एफर्ट्स होंगे ने जे उहदे नाल ही ऑर्गेनाइजेशन सक्सैसफुली काम कर सकती है। तो ये सारा पॉइंट ये अंदर आ जाता है। अगे देखो नैक्सट पेज पे अगे देखो स्टूडेंट्स, नेचर की ने के कोऑर्डिनेशन दे कहते कोऑर्डिनेशन इंटीग्रेट ग्रुप एफर्ट्स। कहते ग्रुप एफर्ट नाल ही कोऑर्डिनेशन चल सकती है। कोई भी ऑर्गेनाइजेशन है, ठीक है, उदों ही सक्सैसफुली वर्क कर सकती है जो उन्होंने ग्रुप एफर्ट्स होंगे, सारे मिल के काम करेंगे, क्योंकि कल्ले बंदे के एफर्ट नाल नहीं ऑर्गेनाइजेशन के गोल अचीव होने लगे। सारे जगह मिल के काम करेंगे, उन्होंने जो गोल कॉमन होएगा तो जिस वजह नाल ही अपना ऑर्गेनाइजेशन मतलब अपने गोल्स में अचीव कर सकती है। ग्रुप एफर्ट का पॉइंट आ जाता है। इंश्योर यूनिटी ऑफ एफर्ट्स एंड coordination always emphasizes unifying the effort of different individuals because conflicting effort may cause damage of to organization। थानू पता है अगर आपस एक दूजे का तालमेल नहीं मिलेगा, कन्फ्लिक्ट की भावना होंदी रहेगी तो यह की है डैमेज कर देगी ऑर्गेनाइजेशन के गोल में, जिस वजह नाल की है ये सारिਆਂ ਦੀ ਜਿਹੜੀ एफर्ट्स ਹੁੰਦੀ है यूनिटी के तौर पर ਹੁੰਦੀ है। यूनिटी ऑफ ए डायरेक्शन है जिमें देखो कोऑर्डिनेशन इंश्योर ऑल डिपार्टमेंट वर्क हैंड इन हैंड एंड क्रिएट बैलेंस इन द ऑल डिपार्टमेंट। इट एक्ट एज बाइंडिंग फोर्स इन ऑल डिपार्टमेंट। तो जोड़े भी कोऑर्डिनेशन होंगी हरेक डिपार्टमेंट के हथ च होंगी है, ये उन्होंने की करना अपने काम को कराना होंगे, बाइंड होंगे ने अपने डिपार्टमेंट लिए कि वह अपने काम को सही तरीके ना करन। हुण ये जोड़े डिपार्टमेंट्स ने गए हुण HR परचेज सेल हुण इन्हां दा जगर एफर्ट्स सारिਆਂ ਦਾ यूनिटी के तौर पर चलेगा, ये
ਅਗਰ ਇਹ ਇਕੱਲੇ ਆਪਦੇ ਬਾਰੇ ਸੋਚਣਗੇ ਜਾਂ ਡਿਪਾਰਟਮੈਂਟ ਆਪਦੇ ਬਾਰੇ ਸੋਚਣਗੇ ਤਾਂ ਇਹ ਆਪਣੇ ਕੰਪਨੀ ਔਰਗੇਨਾਈਜੇਸ਼ਨ ਦੇ ਗੋਲ ਅਚੀਵ ਨਹੀਂ ਕਰ ਸਕਦੀ। ਸਾਰਿਆਂ ਨੂੰ ਮਿਲ ਕੇ ਯੂਨਿਟੀ ਦੇ ਵਿੱਚ ਚੱਲਣਾ ਪਏਗਾ ਤਾਂ ਜਾ ਕੇ ਕੰਪਨੀ ਆਪਣੇ ਔਰਗੇਨਾਈਜੇਸ਼ਨ ਦੇ ਗੋਲ ਅਚੀਵ ਕਰ ਸਕਦੀ ਹੈ। ਕਹਿੰਦੇ ਇੱਕ ਕੰਟੀਨਿਊ ਪ੍ਰੋਸੈਸ ਹੁੰਦਾ। ਕੰਟੀਨਿਊ ਪ੍ਰੋਸੈਸ ਕਿਵੇਂ ਹੁੰਦਾ? ਕਹਿੰਦੇ ਕੋਆਰਡੀਨੇਸ਼ਨ ਇਜ਼ ਨੋਨ ਐਂਡਿੰਗ ਫੰਕਸ਼ਨ। ਕਹਿੰਦੇ ਨੋਨ ਐਂਡਿੰਗ ਫੰਕਸ਼ਨ ਹੁੰਦੇ ਨੇ। ਇਟ ਇਜ਼ ਅ ਕੰਟੀਨਿਊ ਫੰਕਸ਼ਨ ਆਲਦੋ ਇਟਸ ਡਿਗਰੀ ਮੇ ਵੈਰੀ। The manager work continuously to achieve coordination and maintain coordination because without coordination company cannot function efficiently। ਕਹਿੰਦੇ ਕੰਟੀਨਿਊ ਪ੍ਰੋਸੈਸ ਹੁੰਦਾ, ਮਤਲਬ ਲਗਾਤਾਰ ਚੱਲਣ ਵਾਲਾ ਪ੍ਰੋਸੈਸ ਹੁੰਦਾ ਹੈ। ਕਹਿੰਦੇ ਐਵੇਂ ਨਹੀਂ ਕਿਤੇ ਕਿਸੇ ਜਗ੍ਹਾ 'ਤੇ ਆ ਕੇ ਖ਼ਤਮ ਹੋ ਜਾਏਗਾ। ਔਰਗੇਨਾਈਜੇਸ਼ਨ ਨੂੰ ਹਰ ਸਮੇਂ, ਹਰ ਟਾਈਮ 'ਤੇ, ਹਰ ਐਕਟੀਵਿਟੀ ਦੇ ਵਿੱਚ ਕੋਆਰਡੀਨੇਸ਼ਨ ਦੀ ਲੋੜ ਪੈਂਦੀ ਹੈ। ਕੋਆਰਡੀਨੇਸ਼ਨ ਕਹਿੰਦੇ ਪਰਵੇਸਿਵ ਹੈ। ਪਰਵੇਸਿਵ ਦਾ ਮਤਲਬ ਹੁੰਦਾ ਹਰ ਜਗ੍ਹਾ 'ਤੇ ਅਪਲਾਈ ਹੁੰਦਾ ਕੋਆਰਡੀਨੇਸ਼ਨ, ਠੀਕ ਹੈ। ਇਸ ਲਈ ਹਰੇਕ ਲੈਵਲ 'ਤੇ, ਹਰੇਕ ਡਿਪਾਰਟਮੈਂਟ, ਹਰੇਕ ਜਗ੍ਹਾ ਕੋਈ ਵੀ ਕਿਸੇ ਟਾਈਪ ਦਾ ਸਿਸਟਮ ਹੋਵੇ ਉਹਦੇ ਵਿੱਚ ਕੋਆਰਡੀਨੇਸ਼ਨ ਜ਼ਰੂਰੀ ਹੁੰਦੀ ਹੈ। ਕੋਆਰਡੀਨੇਸ਼ਨ ਇਜ਼ ਦਾ ਰਿਸਪੋਂਸੀਬਿਲਿਟੀ ਆਫ ਆਲ ਮੈਨੇਜਰ। ਕਹਿੰਦੇ ਇਹ ਕੋਆਰਡੀਨੇਸ਼ਨ ਇਜ਼ ਨੋਟ ਦਾ ਟਾਸਕ ਆਫ ਓਨਲੀ ਟੋਪ ਲੈਵਲ ਮੈਨੇਜਰ। ਕਹਿੰਦੇ ਇਕੱਲੇ ਟੋਪ ਲੈਵਲ ਮੈਨੇਜਮੈਂਟ ਨੇ ਨਹੀਂ ਕੋਆਰਡੀਨੇਸ਼ਨ ਕਰਨੀ। ਕਹਿੰਦੇ ਸਾਰੇ ਮੈਨੇਜਰ ਜਿੰਨੇ ਵੀ ਹੁੰਦੇ ਨੇਗੇ ਉਹਨਾਂ ਸਾਰਿਆਂ ਦੀ ਕੀ ਹੈ ਰਿਸਪੋਂਸੀਬਿਲਿਟੀ ਹੁੰਦੀ ਹੈ ਕੋਆਰਡੀਨੇਸ਼ਨ ਬਣਾਈ ਰੱਖਣਾ ਅਤੇ ਆਪਣੇ ਕੰਮ ਨੂੰ ਪਲਾਨ ਪੋਲਿਸੀ ਦੇ ਅਕੋਰਡਿੰਗ ਅਚੀਵ ਕਰਨਾ। ਅਤੇ ਇਹ ਪੁਆਇੰਟ ਇਹਦੇ ਅੰਦਰ ਆ ਜਾਂਦਾ। ਅੱਗੇ ਦੇਖੋ, ਕਹਿੰਦੇ ਐਵਰੀ ਮੈਨੇਜਰ ਟਰਾਈਜ਼ ਟੂ ਕੋਆਰਡੀਨੇਟ ਦਾ ਐਕਟੀਵਿਟੀ ਆਫ ਔਰਗੇਨਾਈਜੇਸ਼ਨ ਟੂ ਅਵੋਇਡ ਕਨਫਿਊਜ਼ਨ ਐਂਡ ਚਾਓਸ। ਹੁਣ ਇਹਦੇ ਵਿੱਚ ਕੀ ਹੁੰਦਾ, ਜਿਹੜੇ ਮੈਨੇਜਰ ਹੁੰਦੇ ਨੇ ਉਹ ਟਰਾਈ ਕਰਦੇ ਨੇ ਕਿ ਆਪਸ 'ਚ ਕੋਆਰਡੀਨੇਸ਼ਨ ਬਣਦੀ ਰਹੇ ਔਰਗੇਨਾਈਜੇਸ਼ਨ ਦੇ, ਜਿਹੜੀ ਵੀ ਕਨਫਿਊਜ਼ਨ ਨਾ ਰਹੇ, ਕੋਈ ਵੀ ਦੁਬਿਧਾ 'ਚ ਨਾ ਰਹੇ ਜਾਂ ਕੋਈ ਵੀ ਕਨਫਲਿਕਟ ਦੇ ਵਿੱਚ ਨਾ ਰਹੇ ਜਿਹਨੂੰ ਕੁਛ ਪਤਾ ਨਹੀਂ ਚੱਲ ਰਿਹਾ, ਠੀਕ ਹੈ। ਵਿਦਾਊਟ ਕੋਆਰਡੀਨੇਸ਼ਨ ਐਫਰਟ ਆਫ ਇੰਡੀਵਿਜੂਅਲ ਕੈਨ ਨਾਟ ਬੀ ਯੂਨਾਈਟਿਡ and integrated। That is why while performing various activity in the organization manager deliberately perform coordination function। ਤਾਂ ਕਹਿੰਦੇ ਕੋਆਰਡੀਨੇਸ਼ਨ ਇੱਕ ਡੈਲੀਬਰੇਟ ਫੰਕਸ਼ਨ ਹੈ। ਕਹਿੰਦੇ ਇਹ ਕੀ ਹੈ ਹਮੇਸ਼ਾ ਐਕਟਿਵ ਐਫਰਟਸ ਦੇ ਨਾਲ ਹੀ ਚੱਲਦੀ ਹੈ। ਇਹਦੇ ਵਿੱਚ ਜਿੰਨੇ ਵੀ ਔਰਗੇਨਾਈਜੇਸ਼ਨ ਦੇ, ਠੀਕ ਹੈ, ਮੈਨੇਜਰ ਆਪਸ 'ਚ ਕੀ ਹੈ ਪਰਫੋਰਮ ਕਰਦੇ ਨੇ ਤਾਂ ਪਰਫੋਰਮੈਂਸ ਜਿੰਨੀ ਜ਼ਿਆਦਾ ਵਧੀਆ ਹੁੰਦੀ ਹੈ ਉਨਾ ਜ਼ਿਆਦਾ ਕੀ ਆਪਣਾ ਕੰਮ ਵੀ ਵਧੀਆ ਹੁੰਦਾ, ਜਿਸ ਨਾਲ ਇਹ ਇੱਕ ਡੈਲੀਬਰੇਟ ਫੰਕਸ਼ਨ ਹੈ। ਤਾਂ ਅੱਗੇ ਦੇਖੋ ਆ ਲਾਸਟ ਟੋਪਿਕ ਹੈ ਆਪਣੇ ਬੁੱਕ ਦਾ, ਠੀਕ ਹੈ, ਚੈਪਟਰ ਦਾ ਲਾਸਟ ਟੋਪਿਕ ਹੈ ਇੰਪੋਰਟੈਂਸ ਆਫ ਕੋਆਰਡੀਨੇਸ਼ਨ ਐਂਡ ਨੀਡ ਕੀ ਨੇ, ਠੀਕ ਹੈ, ਕੋਆਰਡੀਨੇਸ਼ਨ ਦੀਆਂ। ਕਹਿੰਦੇ ਕੋਆਰਡੀਨੇਸ਼ਨ ਇਜ਼ ਵੈਰੀ ਇੰਪੋਰਟੈਂਟ ਐਜ਼ ਇਟ ਇੰਟੀਗ੍ਰੇਟ ਦਾ ਐਫਰਟ ਆਫ ਇੰਡੀਵਿਜੂਅਲ, ਡਿਪਾਰਟਮੈਂਟ ਐਂਡ ਸਪੈਸ਼ਲਿਸਟ। ਥਰੂ ਕੋਆਰਡੀਨੇਸ਼ਨ ਮੈਨੇਜਰ ਰਿਕਨਸਾਈਲ ਡਿਫਰੈਂਸ ਇਨ ਅਪਰੋਚ, ਟਾਈਮਿੰਗ, ਐਫਰਟ ਆਫ ਇੰਟਰਸਟ। ਕੋਆਰਡੀਨੇਸ਼ਨ harmonize individual goals and organization goals। The need and importance of coordination can be more clear by the following points। ਕਹਿੰਦੇ ਕੋਆਰਡੀਨੇਸ਼ਨ ਬਹੁਤ ਇੰਪੋਰਟੈਂਟ ਹੁੰਦੀ ਹੈ ਹਰੇਕ ਇੰਡੀਵਿਜੂਅਲ ਡਿਪਾਰਟਮੈਂਟ ਵਾਸਤੇ, ਠੀਕ ਹੈ। ਤਾਂ ਇਹਦੇ ਵਿੱਚ, ਠੀਕ ਹੈ, ਹੁਣ ਆਪਾਂ ਇਹਨੂੰ ਫੋਲੋਇੰਗ ਕੁਛ ਪੁਆਇੰਟਸ ਨੇਗੇ ਜਿਹਦੇ ਨਾਲ ਪਤਾ ਲੱਗੇਗਾ ਕਿ ਗਰੋਥ ਇਨ ਸਾਈਜ਼। ਕਹਿੰਦੇ ਦਾ ਨੀਡ ਆਫ ਕੋਆਰਡੀਨੇਸ਼ਨ ਇਨਕਰੀਜ਼ with the increase of in size of organization, because in large organization there are more number of person working, each individual and has his own need and objective, so there is more need to bring together, ठीक है, the effort of these employee towards a common goal। employee may have their individual objective। for organization efficiency it is important to harmonize individual goal and organization goal through coordination। ਕਹਿੰਦੇ ਗਰੋਥ ਇਨ ਸਾਈਜ਼, ਕਹਿੰਦੇ ਕੋਆਰਡੀਨੇਸ਼ਨ ਕਹਿੰਦੇ ਇਨਕਰੀਜ਼ ਕਰਦੀ ਹੈ ਕਿ ਔਰਗੇਨਾਈਜੇਸ਼ਨ ਦੇ ਸਾਈਜ਼ ਨੂੰ ਇਨਕਰੀਜ਼ ਕਰਨ ਦੇ ਵਿੱਚ ਹੈਲਪ ਕਰਦੀ ਹੈ। ਇਹਦੇ ਨਾਲ ਕੀ ਹੁੰਦਾ, ਜੇ ਲਾਰਜ ਔਰਗੇਨਾਈਜੇਸ਼ਨ ਹੁੰਦੀ ਹੈ ਤਾਂ ਉਹਦੇ ਵਿੱਚ ਪਰਸਨ ਵੀ ਕੀ ਕਰਦੇ ਨੇ ਜ਼ਿਆਦਾ ਹੁੰਦੇ ਨੇ, ਤਾਂ ਹੁਣ ਉਹਨਾਂ ਦੇ ਸਾਰਿਆਂ ਦੇ ਆਉਨ ਨੀਡਸ, ਆਉਨ ਓਬਜੈਕਟਿਵ ਹੁੰਦੇ ਨੇ, ਜਿਸ ਵਜ੍ਹਾ ਨਾਲ ਕੀ ਹੈ ਕੋਆਰਡੀਨੇਸ਼ਨ ਇੱਕ ਅਜਿਹਾ ਪਲੇਟਫਾਰਮ ਹੈ ਜਿਹਦੇ ਵਿੱਚ ਇੰਡੀਵਿਜੂਅਲ ਗੋਲ ਅਤੇ ਔਰਗੇਨਾਈਜੇਸ਼ਨ ਨੂੰ ਮਿਕਸ ਕਰਕੇ ਉਹ ਇੱਕ ਅਜਿਹਾ ਪਲੇਟਫਾਰਮ ਤਿਆਰ ਕਰ ਦਿੰਦੀ ਹੈ ਜਿਹਦੇ ਵਿੱਚ ਕੀ ਹੈ ਆਪਣੇ ਔਰਗੇਨਾਈਜੇਸ਼ਨ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਏਗਾ ਅਤੇ ਜਿਸ ਨਾਲ ਆਪਣੇ ਔਰਗੇਨਾਈਜੇਸ਼ਨ ਦੇ ਗੋਲ ਵੀ ਅਚੀਵ ਹੋ ਜਾਂਦੇ ਨੇ, ਜਿਹਦੇ ਨਾਲ ਉਹਨਾਂ ਤੋਂ ਕੰਮ ਵੀ ਲੈ ਲਿੱਤਾ ਜਾਂਦਾ। ਤਾਂ ਇਹ ਕੋਆਰਡੀਨੇਸ਼ਨ ਦੁਆਰਾ ਹੀ ਹੋ ਸਕਦਾ।
ठीक है। फंक्शनल डिफरेंटेशन, द फंक्शन ऑफ एन ऑर्गेनाइजेशन आर डिवाइडेड इनटू डिफरेंट डिपार्टमेंट्स, section or division are, and each department work in isolation by giving more importance to its objective, but in actual practice these departments are interlinked and interdependent, so there is more need to later bring together and the activity of different sections as they are part of one organization only. The coordination is needed to minimize the different among the departments. And the functional differentiation ਦੇ ਵਿੱਚ ਕੀ ਹੁੰਦਾ ਹੈ, ਕਹਿੰਦੇ ਇਹਨੂੰ ਡਿਫਰੈਂਟ ਡਿਪਾਰਟਮੈਂਟ ਸੈਕਸ਼ਨ ਡਿਵੀਜ਼ਨ ਦੇ ਵਿੱਚ ਵੰਡ ਦਿੱਤਾ ਜਾਂਦਾ ਹੈ, ਠੀਕ ਹੈ। ਅਤੇ ਹੁਣ ਆਪਾਂ ਔਰਗੇਨਾਈਜੇਸ਼ਨ ਨੂੰ ਆਪਾਂ ਅਲੱਗ-ਅਲੱਗ ਇਸ ਡਿਪਾਰਟਮੈਂਟ ਸੈਕਸ਼ਨ ਡਿਵੀਜ਼ਨ ਦੇ ਵਿੱਚ ਵੰਡ ਦਿੰਦੇ ਹਾਂ, ਜਿਹਦੇ ਵਿੱਚ ਕੀ ਹੁੰਦਾ ਐਕਚੁਅਲ ਪ੍ਰੈਕਟਿਸ ਕੀ ਹੁੰਦੀ ਹੈ ਇਹਨਾਂ ਦੀ ਡਿਪਾਰਟਮੈਂਟ ਦੀ ਇੰਟਰਲਿੰਕ ਅਤੇ ਇੰਟਰਡਿਪੈਂਡੈਂਟ ਹੁੰਦੇ ਨੇਗੇ, ਮਤਲਬ ਇੱਕ ਦੂਜੇ 'ਤੇ ਇੰਟਰਲਿੰਕ ਹੁੰਦੇ ਨੇ, ਕਿਸੇ ਨਾ ਕਿਸੇ ਦਾ ਡਿਪਾਰਟਮੈਂਟ ਕਿਸੇ ਨਾ ਕਿਸੇ ਨਾਲ ਜੁੜੇ ਰਹਿੰਦੇ ਨੇ, ਜਿਸ ਵਜ੍ਹਾ ਨਾਲ ਕੀ ਹੁੰਦੀ ਹੈ ਹੁਣ ਜੇਕਰ ਡਿਪਾਰਟਮੈਂਟ ਤਾਂ ਸਾਰੇ ਅਲੱਗ-ਅਲੱਗ ਹੁੰਦੇ ਨੇ, ਪਰ ਜਿਹੜੇ ਡਿਪਾਰਟਮੈਂਟ ਨਾਲ ਇੱਕ ਦੂਜੇ ਨਾਲ ਲਿੰਕ ਹੁੰਦਾ ਕਿਸੇ ਨਾ ਕਿਸੇ ਤਰੀਕੇ ਨਾਲ। ਹੁਣ ਜੇਕਰ ਉਹ ਲਿੰਕ ਤਾਂਹੀਓ ਬਣਾਈ ਰੱਖਣਾ ਪਏਗਾ ਜੇਕਰ ਕੋਆਰਡੀਨੇਸ਼ਨ ਹੋਏਗੀ, ਕੋਆਰਡੀਨੇਸ਼ਨ ਦੀ ਵਜ੍ਹਾ ਨਾਲ ਆਪਾਂ ਦੂਜੇ ਡਿਪਾਰਟਮੈਂਟ ਨਾਲ ਵੀ ਆਪਾਂ ਬਣਾ ਕੇ ਰੱਖ ਸਕਦੇ ਹਾਂ, ਜਿਹਦੇ ਨਾਲ ਆਪਾਂ ਆਪਣਾ ਔਰਗੇਨਾਈਜੇਸ਼ਨ ਦੇ ਗੋਲ ਨੂੰ ਅਚੀਵ ਕਰ ਸਕਦੇ ਹਾਂ। ਅੱਗੇ ਆਉਂਦਾ ਸਪੈਸ਼ਲਾਈਜੇਸ਼ਨ। ਸਪੈਸ਼ਲਾਈਜੇਸ਼ਨ ਦੇ ਵਿੱਚ ਕੀ ਆਉਂਦਾ ਹੈ, in large and modern organization there are high degree of specialization. High degree of specialization and specialists or experts feel that they are the only qualified people and they always take right decision in right direction. There are a number of specialists working in the organization. If all of them work in their own way, it will result in chaos and confusion. So there is a need to coordinate the activity of specialists in common direction and get maximum benefit of the specialist. ਕਹਿੰਦੇ ਔਰਗੇਨਾਈਜੇਸ਼ਨ ਦੇ ਵਿੱਚ ਬਹੁਤ ਸਾਰੇ ਪਰਸਨ ਹਾਈ ਡਿਗਰੀ ਸਪੈਸ਼ਲਿਸਟ ਹੁੰਦੇ ਨੇ, ਐਕਸਪਰਟ ਹੁੰਦੇ ਨੇ, ਕੁਆਲੀਫਾਈਡ ਪੀਪਲ ਹੁੰਦੇ ਨੇ, ਉਹਨਾਂ ਨੂੰ ਪਤਾ ਹੁੰਦਾ ਕਿ ਕੰਮ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ। ਬਸ ਇਹਦੇ ਵਿੱਚ ਕੋਆਰਡੀਨੇਸ਼ਨ ਕੀ ਹੈ, ਉਹ ਇਸ ਹਿਸਾਬ ਨਾਲ ਉਹਨਾਂ ਨੂੰ ਦੱਸਦੀ ਹੈ ਕਿ ਤੁਸੀਂ ਹਰ ਚੀਜ਼ ਵਿੱਚ ਸਪੈਸ਼ਲਿਸਟ ਹੋ, ਕੰਮ ਤੁਹਾਨੂੰ ਸਹੀ ਪਤਾ ਹੈ, ਬਸ ਉਹਨੂੰ ਨੀਡ ਹੈ ਕਿ ਤੁਸੀਂ ਇਹ ਕੋਆਰਡੀਨੇਟ ਨਾਲ ਚੱਲੋ, ਮਤਲਬ ਆਪਸ 'ਚ ਇੱਕ ਦੂਜੇ ਨਾਲ ਕਨਫਿਊਜ਼ਨ ਨਾ ਪੈਦਾ ਕਰੋ, ਠੀਕ ਹੈ। ਅਤੇ ਆਪਣਾ ਕੰਮ ਔਰਗੇਨਾਈਜੇਸ਼ਨ ਦੇ ਗੋਲ ਪ੍ਰਤੀ ਕਰੋ ਅਤੇ ਰਾਈਟ ਡਾਇਰੈਕਸ਼ਨ ਦੇ ਅਕੋਰਡਿੰਗ ਕਰੋ, ਤਾਂ ਜੋ ਔਰਗੇਨਾਈਜੇਸ਼ਨ ਨੂੰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਮੈਕਸੀਮਮ ਬੈਨੀਫਿਟ ਦਵਾ ਸਕੋ। ਤਾਂ ਇਹ ਪੁਆਇੰਟ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਤਾਂ ਸਟੂਡੈਂਟਸ ਇਹਦੇ ਨਾਲ ਰਿਲੇਟਡ ਕੇਸ ਸਟੱਡੀ ਦੇ ਰੱਖੀ ਹੈ, ਇੱਕ ਕੇਸ ਸਟੱਡੀ ਦਾ ਮੈਨੇਜਮੈਂਟ ਆਫ Ameria Limited strongly believe that the member of the organization should work toward fulfill the common organization goal. They require teamwork, integration effort, all the manager, department specialists. This is because all individual departments depend on each other for information resources to perform their respective activity. Manager need to reconcile difference in approach, timing, effort and interest. At the same time it should enable all its members to grow and develop. Thus there is a need to harmonize individual goals and organization goals. ਹੁਣ ਇਹਨਾਂ ਨੇ ਸਾਰੀ ਕੇਸ ਸਟੱਡੀ ਦੇ ਵਿੱਚ ਉਹਨਾਂ ਨੂੰ ਕੀ ਹੈ, ਇੱਕ ਮਿਲ ਕੇ ਕੰਮ ਕਰਨ ਲਈ ਟੀਮ ਵਰਕ ਨਾਲ ਰਿਲੇਟਡ, ਠੀਕ ਹੈ, ਅਤੇ ਆਪਣੀ ਪਰਫੋਰਮੈਂਸ ਮਤਲਬ ਔਰਗੇਨਾਈਜੇਸ਼ਨ ਗੋਲ ਨੂੰ ਅਚੀਵ ਕਰਨਾ, ਇੰਡੀਵਿਜੂਅਲ ਗੋਲ ਨੂੰ ਅਚੀਵ ਕਰਨਾ ਦੇ ਟਾਈਮ ਐਫਰਟ ਨਾਲ। ਤਾਂ ਇਹ ਸਾਰੀ ਚੀਜ਼ਾਂ ਕਿਹਦੀ ਗੱਲ ਕਰ ਰਿਹਾ, ਕੋਆਰਡੀਨੇਸ਼ਨ ਦੀ ਗੱਲ ਕਰ ਰਿਹਾ। ਇਹਦੇ ਵਿੱਚ 3 ਫੀਚਰ ਤੁਹਾਨੂੰ ਥਿਊਰੀ ਪੜ੍ਹਾਈ ਦਿੱਤੀ ਤਾਂ ਉਹਦੇ ਵਿੱਚੋਂ ਲਿਖ ਸਕਦੇ ਹੋ ਤਾਂ ਕੋਈ ਵੀ। ਤਾਂ ਇਹ ਤੁਹਾਡਾ ਹੋ ਗਿਆ ਟੋਪਿਕ ਹੈ, ਚੈਪਟਰ ਤੁਹਾਡਾ ਕੰਪਲੀਟ ਹੁੰਦਾ। ਅਤੇ ਇਸ ਤੋਂ ਬਾਅਦ ਆਪਾਂ ਨੈਕਸਟ ਚੈਪਟਰ ਕਰਾਂਗੇ, ਠੀਕ ਹੈ। ਅਤੇ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਚੈਪਟਰ ਪੂਰੀ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਣਾ। ਅਤੇ ਬਾਕੀ ਆਪਾਂ ਨੈਕਸਟ ਚੈਪਟਰ ਕਰਾਂਗੇ, ਫਿਰ ਉਸ ਤੋਂ ਬਾਅਦ ਤੀਸਰਾ ਕਰਾਂਗੇ, ਫਿਰ ਚੌਥਾ। ਮੈਂ ਆਲਰੇਡੀ ਤੁਹਾਨੂੰ ਉਹ ਕਰਵਾ ਚੁੱਕਿਆ 5ਵਾਂ 6ਵਾਂ, ਠੀਕ ਹੈ। ਬਟ ਇਹ ਚੈਪਟਰ ਤੁਹਾਨੂੰ ਕੰਪਲੀਟ ਕਰਨਾ। ਮੈਂ ਉਹ ਸਟੂਡੈਂਟ ਦੇ ਮਨ ਦੇ ਵਿੱਚ ਵੀ ਡਾਊਟ ਨਹੀਂ ਰਹਿਣਾ ਦੇਣਾ ਚਾਹੁੰਦਾ ਕਿ ਜੋ ਇਹ ਸੋਚਣਗੇ ਕਿ ਮਤਲਬ ਸਾਨੂੰ ਸਟੈਪ ਬਾਏ ਸਟੈਪ ਨਹੀਂ ਕਰਵਾਇਆ ਗਿਆ ਕੋਈ ਵੀ ਚੀਜ਼, ਤਾਂ ਤੁਹਾਨੂੰ ਮੈਂ ਉਸੇ ਚੱਕਰ ਦੇ ਵਿੱਚ ਤੁਹਾਡੀ +2 ਬੋਰਡ ਦੀ ਕਲਾਸ ਹੈ, ਤੁਹਾਨੂੰ ਮੈਂ ਇਕੱਲਾ ਕੰਸੈਪਟ ਤੋਂ ਕਰਵਾ ਰਿਹਾ, ਇਕੱਲੀ ਚੀਜ਼ ਤੁਹਾਨੂੰ ਬੁੱਕ ਦੇ ਵਿੱਚ ਕਵਰ ਕਰਾ ਰਿਹਾ। ਤਾਂ ਤੁਹਾਨੂੰ ਕਿਸੇ ਵੀ ਪਾਸੋਂ ਕੋਈ ਵੀ ਪ੍ਰੋਬਲਮ ਨਾ ਆਵੇ। ਤਾਂ ਆਪਣਾ ਖਿਆਲ ਰੱਖੋ, ਸੁਰੱਖਿਅਤ ਰਹੋ। ਜੈ ਹਿੰਦ।